ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਵਾਹਿਗੁਰੂ ਜੀ ਦਾ। ਤੋ ਸੰਗਤ ਜੀ, ਅੱਜ ਅਸੀਂ ਵਿਚਾਰਾਂ ਕਰਾਂਗੇ ਸੈਕੰਡ ਬ੍ਰੇਨ, ਗਟ ਫੀਲਿੰਗ ਬਾਰੇ। ਇੱਕ ਬ੍ਰੇਨ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ, ਜਿਹੜਾ ਸਾਡਾ ਸਿਰ ਦੇ ਵਿੱਚ ਹੈ। ਕੀ ਤੁਹਾਨੂੰ ਪਤਾ ਕਿ ਸਾਡੇ ਕੋਲ ਦੋ ਬ੍ਰੇਨ ਨੇ ਸਾਰਿਆਂ ਦੇ ਕੋਲ? ਇੱਕ ਸਿਰ ਵਿੱਚ ਆ, ਦੂਸਰਾ ਜਿਹੜਾ ਬ੍ਰੇਨ ਹੈਗਾ ਉਹ ਸਾਡਾ ਪੇਟ ਵਿੱਚ ਹੈ। ਉਹਨੂੰ ਗਟ ਫੀਲਿੰਗ, ਜਿਹੜਾ ਗਟ ਫੀਲਿੰਗ ਵੀ ਕਹਿੰਦੇ ਇਸ ਬ੍ਰੇਨ ਨੂੰ। ਸੋ ਇਹ ਸਾਨੂੰ ਕਿਵੇਂ ਪਤਾ ਚੱਲੇ ਵੀ ਇਹ ਇੱਥੇ ਪੇਟ ਵਿੱਚ ਵੀ ਜਿਹੜਾ ਹੈ? ਤੁਸੀਂ ਕਈ ਵਾਰ ਨੋਟ ਕੀਤਾ ਹੋਵੇਗਾ ਕਿ ਕਿਸੇ ਨੂੰ ਤੁਸੀਂ ਕਿਸੇ ਬਾਰੇ ਸੋਚ ਰਹੇ ਸੀਗੇ ਤੇ ਅਚਾਨਕ ਉਹ ਸਾਹਮਣੇ ਆ ਗਿਆ। ਉਹ ਜਿਹੜਾ ਤੁਹਾਨੂੰ ਪਹਿਲਾਂ ਫੀਲ ਹੋਇਆ ਸੀ ਉਹਦੇ ਬਾਰੇ, ਉਹ ਹੈਗਾ ਤੁਹਾਡਾ ਜਿਹੜਾ ਗਟ ਫੀਲਿੰਗ। ਜਾਂ ਕਈ ਵਾਰ ਤੁਸੀਂ ਕਹਿੰਦੇ ਹੋ ਮੇਰੀ ਗਟ ਫੀਲਿੰਗ ਕਹਿੰਦੀ ਹੈ ਇਹ ਕੰਮ ਨਹੀਂ ਬਣਨਾ। ਸੋ ਉਹ ਸੈਕੰਡ ਬ੍ਰੇਨ ਦਾ ਕੰਮ ਆ। ਕਈ ਵਾਰ ਕਹਿੰਦੇ ਹੋ ਵੀ ਮੇਰੀ ਤਾਂ ਸਟਰੋਂਗ ਫੀਲਿੰਗ ਆ, ਮੇਰੀ ਤਾਂ ਗਟ ਫੀਲਿੰਗ ਆ ਵੀ ਇਹ ਕੰਮ ਹੋਣਾ ਹੀ ਹੋਣਾ। ਉਹ ਔਰ ਕਈ ਵਾਰ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਕਿਸੇ ਨੂੰ ਜਦੋਂ ਤੁਸੀਂ ਮਿਲਦੇ ਹੋ, ਤੁਹਾਡਾ ਅੰਦਰਲਾ ਇੱਕ ਸਿਸਟਮ ਤੁਹਾਨੂੰ ਦੱਸਣ ਲੱਗ ਜਾਂਦਾ ਹੈ ਬੰਦਾ ਚੰਗਾ ਆ ਜਾਂ ਮਾੜਾ ਆ। ਬੇਸ਼ੱਕ ਗੱਲਾਂ ਤੁਹਾਡੇ ਨਾਲ ਚੰਗੀਆਂ ਕਰ ਰਿਹਾ, ਪਰ ਤੁਹਾਨੂੰ ਅੰਦਰੋਂ ਪਤਾ ਚੱਲ ਜਾਂਦਾ ਵੀ ਇਹ ਚੰਗਾ ਨਹੀਂ। ਉਹ ਤੁਹਾਡਾ ਸੈਕੰਡ ਬ੍ਰੇਨ, ਗਟ ਫੀਲਿੰਗਸ ਜਿਹੜੀਆਂ ਨੇ ਉਹ ਦੱਸਦੀਆਂ। ਜਾਂ ਕਈ ਵਾਰ ਉਹ ਕੁਝ ਵੀ ਨਹੀਂ ਬੋਲਦਾ, ਪਰ ਤੁਹਾਨੂੰ ਲੱਗਦਾ ਆ ਵੀ ਇਹ ਚੰਗਾ ਬੰਦਾ ਆ ਜਾਂ ਮਾੜਾ ਆ। ਤੁਹਾਡੀਆਂ ਜਿਹੜੀਆਂ ਅੰਦਰ ਦੀਆਂ ਫੀਲਿੰਗਸ ਨੇ ਉਹ ਸੈਕੰਡ ਬ੍ਰੇਨ ਦੱਸ ਰਿਹਾ ਹੈ, ਗਟ ਫੀਲਿੰਗ ਜਿਹੜੀਆਂ ਨੇ ਉਹ ਦੱਸਦੀਆਂ ਨੇ। ਹੋਰ ਵੀ ਜਿਵੇਂ ਤੁਸੀਂ ਦੇਖਿਆ ਹੋਗਾ, ਕਈ ਲੋਕਾਂ ਨੂੰ ਆਉਣ ਵਾਲੀ ਘਟਨਾ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ। ਜਾਂ ਫਿਰ ਕੋਈ ਦੁਖਦਾਈ ਅਗਰ ਘਟਨਾ ਹੋਣੀ ਹੋਵੇ ਤਾਂ ਉਸ ਤੋਂ ਪਹਿਲਾਂ ਹੀ ਅੰਦਰ ਘਬਰਾਹਟ, ਇੱਕ ਬੇਚੈਨੀ, ਇੱਕ ਉਦਾਸੀ ਜਿਹੀ ਫੀਲ ਹੋਣ ਲੱਗ ਜਾਂਦੀ ਹੈ। ਜਾਂ ਕੋਈ ਖੁਸ਼ੀਆਂ ਦੀਆਂ ਖਬਰਾਂ ਆਉਣ ਵਾਲੀਆਂ ਹੋਣ ਤੇ ਪਹਿਲਾਂ ਹੀ ਮਨ ਜਿਹੜਾ ਹੈ ਉਹ ਖੁਸ਼ੀ ਵਿੱਚ ਆ ਜਾਂਦਾ। ਤਾਂ ਤੁਸੀਂ ਕਹਿੰਦੇ ਅੱਜ ਪਤਾ ਨਹੀਂ ਮੇਰਾ ਮਨ ਕਿਉਂ ਖੁਸ਼ ਆ। ਫਿਰ ਕਹਿੰਦੇ ਅੱਛਾ ਆਹ ਗੱਲ ਹੋਣੀ ਸੀ। ਇਹ ਤਾਂ ਅਕਸਰ ਤੁਸੀਂ ਦੇਖਿਆ ਹੋਵੇਗਾ, ਲੋਕਾਂ ਨੂੰ ਇਹ ਸੁਣਦੇ ਆ। ਸੋ ਇਹ ਜਿਹੜਾ ਇਹ ਸੈਕੰਡ ਬ੍ਰੇਨ ਦਾ ਕੰਮ ਆ। ਇਹ ਜਿਹੜੀਆਂ ਸਾਡੀਆਂ ਗਟ ਫੀਲਿੰਗ ਜਿਹੜੀਆਂ ਸਾਨੂੰ ਹੁੰਦੀਆਂ ਨੇ ਇਹ ਪੇਟ ਵਿੱਚ ਆ। ਇੱਕ ਸਾਡਾ ਸਿਰ ਵਿੱਚ ਆ ਫਸਟ ਬ੍ਰੇਨ, ਜਿਹਨੂੰ ਉੱਪਰ ਵਾਲਾ ਅਸੀਂ ਕਹਿ ਦਿੰਦੇ ਆ। ਜਿਹੜਾ ਸੈਕੰਡ ਬ੍ਰੇਨ ਆ ਇਹ ਸਾਡੇ ਪੇਟ ਦੇ ਵਿੱਚ ਆ। ਤਾਂ ਸਾਡਾ ਫਸਟ ਬ੍ਰੇਨ ਐਂਡ ਸੈਕੰਡ ਬ੍ਰੇਨ ਦੋਨੋਂ ਆਪਸ ਵਿੱਚ ਮਿਲ ਕੇ ਹੀ ਕੰਮ ਕਰਦੇ ਨੇ। ਸਾਡੇ ਜੀਵਨ ਨੂੰ, ਸਾਡੀ ਬਾਡੀ ਨੂੰ ਇਹ ਦੋਨੋਂ ਮਿਲ ਕੇ ਆਪਸ ਵਿੱਚ ਚਲਾਉਂਦੇ ਨੇ। ਸੋ ਦੋਨਾਂ ਦਾ ਇੱਕ ਨੈਟਵਰਕ ਹੈ ਨਿਊਰੋਨਸ ਦੇ ਥਰੂ, ਉੱਪਰਲੇ ਬ੍ਰੇਨ ਦਾ ਔਰ ਪੇਟ ਵਾਲੇ ਬ੍ਰੇਨ ਦਾ। ਉੱਪਰ ਵਾਲੇ ਬ੍ਰੇਨ ਵਿੱਚ ਵੀ ਬਹੁਤ ਸਾਰੇ ਨਿਊਰੋਨਸ ਨੇ, ਨੀਚੇ ਵਾਲੇ ਬ੍ਰੇਨ ਦੇ ਵਿੱਚ ਵੀ ਨੇ, ਜਿਹੜਾ ਪੇਟ ਵਿੱਚ ਹੈ। ਰਿਸਰਚਰਸ ਕਹਿੰਦੀਆਂ ਨੇ ਕਿ 500 ਮਿਲੀਅਨਸ ਨਿਊਰੋਨਸ ਜਿਹੜੇ ਨੇ ਸਾਡੇ ਪੇਟ ਦੇ ਵਿੱਚ ਨੇ। ਸਾਡੇ ਜਿਹੜਾ ਗਟ ਬ੍ਰੇਨ ਹੈ, ਗਟ ਫੀਲਿੰਗ ਵਾਲਾ ਜਿਹੜਾ ਸੈਕੰਡ ਬ੍ਰੇਨ ਹੈ, ਇਹਦੇ ਵਿੱਚ ਆ। ਸੋ ਉੱਪਰ ਵਾਲੇ ਬ੍ਰੇਨ ਨੂੰ ਕਹਿ ਦਿੰਦੇ CNS, ਸੈਂਟਰਲ ਨਰਵਸ ਸਿਸਟਮ। ਤੋ ਜਿਹੜਾ ਪੇਟ ਵਾਲਾ ਇਹਨੂੰ ENS, ਐਂਟਰਿਕ ਜਿਹੜਾ ਨਰਵਸ ਸਿਸਟਮ ਹੈ। ਸੋ ਇਹ ਦੋਨੋਂ ਮਿਲ ਕੇ ਆਪਸ ਵਿੱਚ ਕੰਮ ਕਰਦੇ ਨੇ। ਰਿਸਰਚਰਸ ਇਹ ਵੀ ਕਹਿੰਦੀਆਂ ਨੇ ਕਿ ਜਿਹੜਾ ਉੱਪਰ ਵਾਲਾ ਬ੍ਰੇਨ ਆ ਇਹ ਵੈਸੇ ਤਾਂ ਦੋਨੋਂ ਮਿਲ ਕੇ ਕੰਮ ਕਰਦੇ ਨੇ, ਪਰ ਜਿਹੜਾ ਸਾਡਾ ਸੈਕੰਡ ਬ੍ਰੇਨ ਆ ਇਹ ਕਈ ਵਾਰ ਆਪੇ ਇੰਡੀਪੈਂਡੈਂਟਲੀ ਵੀ ਇਹ ਕੰਮ ਕਰ ਸਕਦਾ ਹੈ। ਇਹ ਇੰਨਾ ਕੁ ਪਾਵਰਫੁਲ ਹੈ, ਇੰਨਾ ਕੁ ਸ਼ਕਤੀਸ਼ਾਲੀ ਹੈ। ਤਾਂ ਜਦੋਂ ਅਸੀਂ ਐਂਗਜ਼ਾਈਟੀ ਦੀਆਂ ਫੀਲਿੰਗਸ ਵਿੱਚ ਹੁੰਦੇ ਹਾਂ, ਉਦਾਸ ਹੁੰਦੇ ਹਾਂ, ਬੇਚੈਨ ਹੁੰਦੇ ਹਾਂ, ਉਦੋਂ ਜਿਹੜਾ ਸਾਡਾ ਇਹ ਸੈਕੰਡ ਬ੍ਰੇਨ ਹੈ ਇਹ ਆਪੇ ਡਿਸੀਜ਼ਨ ਲੈ ਲੈਂਦਾ। ਵੈਸੇ ਦੋਨੋਂ ਮਿਲ ਕੇ ਹੀ ਲੈਂਦੇ ਨੇ, ਪਰ ਇਹ ਫਿਰ ਗਟ ਫੀਲਿੰਗਸ ਦੇ ਥਰੂ ਜਿਹੜਾ ਡਿਸੀਜ਼ਨ ਲੈ ਲਏ ਜਾਂਦੇ ਨੇ। ਤੋ ਜਿਹੜਾ ਸਾਡਾ ਉੱਪਰ ਵਾਲਾ ਬ੍ਰੇਨ ਆ ਇਹ ਕੀ ਕਰਦਾ, ਚਾਰੋਂ ਤਰਫੋਂ ਇਨਫੋਰਮੇਸ਼ਨਸ ਇਕੱਠੀਆਂ ਕਰਦਾ। ਸਾਨੂੰ ਸਾਰਿਆਂ ਨੂੰ ਪਤਾ, ਦੇਖਣ ਦੇ ਨਾਲ, ਸੁਣਨ ਦੇ ਨਾਲ, ਟੱਚ ਕਰਨ ਦੇ ਨਾਲ, ਕੋਈ ਟੈਂਪਰੇਚਰ ਅਸੀਂ ਫੀਲ ਕਰ ਲੈਂਦੇ ਹਾਂ। ਸੋ ਤੁਸੀਂ ਜਿੱਥੋਂ ਲੰਘ ਜਾਈਏ ਪਤਾ ਨਹੀਂ ਕਿੰਨੀਆਂ ਕਿ ਇਨਫੋਰਮੇਸ਼ਨਸ ਜਿਹੜੀਆਂ ਇਹ ਅੰਦਰ ਇਕੱਠੀਆਂ ਕਰਦਾ ਰਹਿੰਦਾ ਪਰ ਸੈਕਿੰਡ। 1 ਸੈਕਿੰਡ ਦੇ ਵਿੱਚ ਕਿੰਨੀਆਂ ਕਰਦਾ ਹੈ? ਰਿਸਰਚਰਸ ਦੱਸਦੀਆਂ ਨੇ ਕਿ 4 ਲੱਖ ਕਰੋੜ ਬਿਟਸ ਪਰ ਸੈਕਿੰਡ ਇੰਨੀਆਂ ਇਨਫੋਰਮੇਸ਼ਨ ਸਾਡਾ ਉੱਪਰਲਾ ਬ੍ਰੇਨ ਜਿਹੜੀਆਂ ਇਕੱਠੀਆਂ ਕਰਦਾ ਹੈ। ਲੇਕਿਨ ਇਹ ਸਾਰਿਆਂ ਦੇ ਲਈ ਅਵੇਅਰ ਨਹੀਂ ਹੁੰਦਾ। ਇਨਫੋਰਮੇਸ਼ਨ ਤਾਂ ਇਕੱਠੀਆਂ ਕਰ ਲਈਆਂ, ਅਵੇਅਰ ਸਿਰਫ ਹੁੰਦਾ 5 ਤੋਂ 10,000 ਜਿਹੜੀਆਂ ਬਿਟਸ ਇਨਫੋਰਮੇਸ਼ਨ ਦੇ ਲਈ ਅਵੇਅਰ ਹੁੰਦਾ। ਬਾਕੀ ਫਿਰ ਕਿੱਥੇ ਚਲੇ ਜਾਂਦੀਆਂ? ਬਾਕੀ ਪੇਟ 'ਚ ਜਾਂਦੀਆਂ, ਸਬਕੌਂਸ਼ੀਅਸ ਮਾਈਂਡ ਜਿਹਨੂੰ ਕਹਿੰਦੇ ਉੱਥੇ ਜਾਂਦੀਆਂ, ਸਾਡੇ ਸੈਕੰਡ ਬ੍ਰੇਨ 'ਚ ਚਲੀਆਂ ਜਾਂਦੀਆਂ। ਸੋ ਉਹ ਫਿਰ ਇਹਦੇ ਕੋਲ ਜ਼ਿਆਦਾ ਇਨਫੋਰਮੇਸ਼ਨ ਆ ਜਿਹੜਾ ਸਾਡਾ ਗਟ
ਸੈਕੰਡ ਬ੍ਰੇਨ ਆ ਜਿਹੜਾ ਸਾਡਾ ਗਟ ਬ੍ਰੇਨ ਹੈ, ਇਹਦੇ ਕੋਲ ਜ਼ਿਆਦਾ ਆ ਇਨਫੋਰਮੇਸ਼ਨ। ਇਹ ਦੋਨੋਂ ਮਿਲ ਕੇ ਆਪਸ ਦੇ ਵਿੱਚ ਕੰਮ ਕਰਦੇ ਨੇ। ਇਹਨਾਂ ਦੇ ਉੱਤੇ ਜਿਹੜੀਆਂ ਰਿਸਰਚਸ ਹੋਈਆਂ ਨੇ ਉਹਦੇ ਬਾਰੇ ਆਪ ਜੀ ਦੇ ਨਾਲ ਮੈਂ ਸ਼ੇਅਰ ਕਰਾਂ। ਯੂਕੇ ਵਿੱਚ ਹੋਈਆਂ ਨੇ, ਅਮਰੀਕਾ ਵਿੱਚ, ਕੈਲੀਫੋਰਨੀਆ ਵਿੱਚ, ਕੈਨੇਡਾ ਵਿੱਚ, ਕੈਲਗਰੀ ਦੇ ਵਿੱਚ, ਹੈ ਨਾ। ਸੋ ਆਸਟ੍ਰੇਲੀਆ, ਨਿਊਜ਼ੀਲੈਂਡ, ਚਾਈਨਾ, ਸਾਰੀ ਜਗ੍ਹਾ ਹੀ ਹੋ ਰਹੀਆਂ ਨੇ, ਔਰ ਇਹਦੇ ਤੇ ਬਹੁਤ ਸਾਰਾ ਹੋਰ ਵੀ ਕੰਮ ਹੋ ਰਿਹਾ। ਹੁਣ ਤੱਕ ਜੋ ਰਿਸਰਚਸ ਦੱਸ ਰਹੇ ਨੇ ਉਹਦੇ ਬਾਰੇ ਅਸੀਂ ਵਿਚਾਰਾ ਕਰਾਂਗੇ। ਅੱਗੇ ਉਹ ਦੱਸ ਰਹੇ ਨੇ, ਕੈਲਗਰੀ ਵਾਲੀ ਜਿਹੜੀ ਰਿਸਰਚ ਹੈ ਉਹ ਕਹਿ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਰਿਸਰਚ ਇਹ ਵੀ ਦੱਸ ਦੇਵੇਗੀ ਕਿ ਸਾਡਾ ਜਿਹੜਾ ਗਟ ਬ੍ਰੇਨ ਆ, ਸੈਕੰਡ ਬ੍ਰੇਨ ਆ, ਇਹਦਾ ਸਾਡਾ ਮੈਂਟਲ ਹੈਲਥ ਦੇ ਨਾਲ ਵੀ ਕਨੈਕਸ਼ਨ ਹੈ। ਇਹਦੇ ਤੇ ਹਲੇ ਗਹਿਰੀਆਂ ਖੋਜਾਂ ਚੱਲ ਰਹੀਆਂ ਨੇ, ਹਾਲੇ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ, ਪਰ ਉਹ ਕਹਿੰਦੇ ਛੇਤੀ ਹੀ ਇਹ ਵੀ ਅਸੀਂ ਦੱਸ ਦੇਵਾਂਗੇ। ਬਹੁਤ ਗਹਿਰੀਆਂ ਖੋਜਾਂ ਹੋ ਰਹੀਆਂ ਨੇ ਸੰਗਤ ਜੀ ਦੇ ਉੱਤੇ। ਤਾਂ ਸਾਨੂੰ ਵੀ ਆਪਣੀ ਇਹ ਗਟ ਫੀਲਿੰਗ ਦੀ ਸਮਝ ਆਉਣੀ ਚਾਹੀਦੀ ਹੈ। ਅਸੀਂ ਇਹਦੇ ਤੇ ਅੱਜ ਦੇਖਾਂਗੇ ਵੀ ਇਹਦੇ ਤੇ ਅਸੀਂ ਕਿਵੇਂ ਇਹਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ। ਰਿਸਰਚਰਸ ਇਹ ਕਹਿੰਦੀਆਂ ਨੇ ਕਿ ਉੱਪਰ ਵਾਲੇ ਬ੍ਰੇਨ ਦੇ ਲਈ ਤਾਂ ਇਹਨੂੰ ਸ਼ਾਰਪ ਕਰਨ ਦੇ ਲਈ ਤਾਂ ਅਸੀਂ ਬਹੁਤ ਸਾਰੀਆਂ ਪ੍ਰੈਕਟਿਸਿਸ ਕਰ ਲੈਂਦੇ ਹਾਂ, ਲੇਕਿਨ ਜਿਹੜੀਆਂ ਸਾਡਾ ਸੈਕੰਡ ਬ੍ਰੇਨ ਆ, ਸਾਡੀਆਂ ਗਟ ਫੀਲਿੰਗ ਆ, ਇਹਦੇ ਲਈ ਅਸੀਂ ਕੋਈ ਵੀ ਪ੍ਰੈਕਟਿਸ ਨਹੀਂ ਕਰਦੇ ਕਿ ਇਹਦੀ ਡਿਵੈਲਪਮੈਂਟ ਜਿਹੜੀ ਹੋ ਜਾਵੇ, ਇਹਨੂੰ ਸ਼ਾਰਪ ਕੀਤਾ ਜਾ ਸਕੇ। ਤੋ ਰਿਸਰਚਰਸ ਕਿੱਥੋਂ ਕਿੱਥੋਂ ਦੀਆਂ ਨੇ? ਇਹ ਹੈਗੀਆਂ ਨੇ, ਇੱਕ ਰਿਸਰਚ ਦਾ ਨੇਮ ਹੈ ਹੈਡ, ਹਾਰਟ ਐਂਡ ਗਟ ਇਨ ਡਿਸੀਜ਼ਨ ਮੇਕਿੰਗ। ਇੱਕ ਇਹ ਰਿਸਰਚ ਹੈਗੀ ਹੈ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀ ਮਿਲ ਕੇ ਇਕੱਠਿਆਂ ਦੀ ਆ। ਇਹ ਕਹਿੰਦੇ ਨੇ ਕਿ ਜਿਹੜਾ ਅਸੀਂ ਡਿਸੀਜ਼ਨ ਲੈਂਦੇ ਆ ਨਾ, ਉਹ ਕੱਲਾ ਬ੍ਰੇਨ ਲੈਵਲ ਤੇ ਨਹੀਂ ਲੈਂਦੇ, ਇਹ ਇਮੋਸ਼ਨ ਅਤੇ ਇੰਟਿਊਸ਼ਨ ਦੇ ਲੈਵਲ ਤੇ ਵੀ ਲੈਂਦੇ ਆ। ਜਿਹੜਾ ਜ਼ਿੰਦਗੀ ਦਾ ਕੋਈ ਵੀ ਅਸੀਂ ਡਿਸੀਜ਼ਨ ਲੈਂਦੇ ਹਾਂ, ਸਾਨੂੰ ਲੱਗਦਾ ਸਾਡੇ ਬ੍ਰੇਨ ਨੇ ਸੋਚਿਆ ਤਾਂ ਉੱਥੋਂ ਅਸੀਂ ਲੈ ਲਿਆ, ਪਰ ਨਹੀਂ, ਇਹ ਸਾਡੇ ਅਸੀਂ ਦਿਲ ਤੋਂ ਵੀ ਨਾਲ ਲੈਂਦੇ ਆ, ਆਪਣੀ ਇੰਟਿਊਸ਼ਨ ਤੋਂ ਵੀ ਇਹ ਲੈਂਦੇ ਆ। ਸੋ ਜਿਹੜਾ ਇਮੋਸ਼ਨ ਆ, ਇਹਦਾ ਸਾਡਾ ਹਾਰਟ ਦੇ ਨਾਲ ਕਨੈਕਸ਼ਨ ਆ, ਜਿਹੜੀ ਸਾਡੀ ਇੰਟਿਊਸ਼ਨ ਆ, ਇਹਦਾ ਸਾਡਾ ਗਟ ਦੇ ਨਾਲ ਕਨੈਕਸ਼ਨ ਹੈਗਾ ਆ। 2013 ਦੀ ਰਿਸਰਚ, 2017 ਦੀ ਰਿਸਰਚ, ਹੁਣ ਮੈਂ ਉਹ ਕੱਲੇ ਨਾਮ ਨਹੀਂ ਲੈਣੇ ਸੰਗਤ ਜੀ, ਮੈਂ ਬਹੁਤ ਸਾਰੇ ਨੋਟ ਕੀਤੇ ਨੇ, ਪਰ ਆਪਾਂ ਕਮ ਟੂ ਦਾ ਪੁਆਇੰਟ, ਅਸੀਂ ਜਿਹੜੀਆਂ ਸਾਡੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਉਹ ਕਰੀਏ, ਕਿਉਂਕਿ ਰਿਸਰਚਸ ਤਾਂ ਮੈਂ ਨੋਟ ਕੀਤੀਆਂ ਨੇ ਵੀ ਕਿਹੜੀਆਂ ਨੇ। ਸੋ ਇਹ ਕਹਿੰਦੇ ਨੇ ਕਿ ਸਾਨੂੰ ਇਹਦੇ ਦੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿਹਦੇ ਉੱਤੇ ਅਸੀਂ ਕੰਮ ਹੀ ਨਹੀਂ ਕੀਤਾ, ਕਿਉਂਕਿ ਪੁਰਾਣੇ ਜਿਹੜੇ ਵੈਦ ਲੋਕ ਸੀਗੇ, ਉਹਨਾਂ ਨੂੰ ਪਤਾ ਸੀ ਸਾਡੇ ਦਾ ਪੇਟ ਦਾ ਕਿੰਨਾ ਕਨੈਕਸ਼ਨ ਆ ਸਾਡੇ ਦਿਮਾਗ ਦੇ ਨਾਲ, ਸਾਡੀ ਸੋਚ ਦੇ ਨਾਲ। ਅੱਜ ਦੀਆਂ ਰਿਸਰਚਰਸ ਹਾਲੇ ਇਸ ਦੇ ਉੱਤੇ ਕੰਮ ਕਰ ਰਹੀਆਂ ਨੇ। ਜਦੋਂ ਕੋਈ ਬੰਦਾ ਡਿਪਰੈਸ਼ਨ ਵਿੱਚ ਹੁੰਦਾ ਸੀ ਜਾਂ ਉਦਾਸ ਹੁੰਦਾ ਸੀ ਜਾਂ ਜਿਹਦਾ ਦਿਮਾਗ ਹਿਲ ਜਾਂਦਾ ਸੀ, ਵੈਦ ਕੋਲ ਜਦੋਂ ਲੈ ਕੇ ਜਾਂਦੇ ਸੀ ਤਾਂ ਕਹਿੰਦੇ ਸੀ ਵੈਦ ਉਹਦੇ ਦਿਮਾਗ ਦਾ ਇਲਾਜ ਨਹੀਂ ਸੀ ਕਰਦਾ। ਇਹ ਰਿਸਰਚਰਸ ਦੱਸ ਰਹੇ ਨੇ। ਵੈਦ ਕੀ ਕਰਦਾ ਸੀ? ਉਹ ਕਹਿੰਦਾ ਸੀ ਇਹਦੇ ਪੇਟ ਨੂੰ ਗਰਮੀ ਚੜੀ ਹੋ ਹੈ, ਸੋ ਉਹਦੇ ਪੇਟ ਦਾ ਇਲਾਜ ਕਰਨ ਲੱਗ ਜਾਂਦਾ ਸੀ। ਪੇਟ ਦੀ ਸਫਾਈ ਕਰ ਦੇਣੀ, ਪੇਟ ਦਾ ਉਹਨੂੰ ਠੀਕ ਕਰ ਦੇਣਾ, ਤੇ ਉਹ ਥੋੜੇ ਦਿਨਾਂ ਬਾਅਦ ਹੀ ਉਹ ਜਿਹੜਾ ਉਹ ਨਾਰਮਲ ਹੋ ਜਾਂਦਾ ਸੀ। ਉਹਦੀ ਉਦਾਸੀ ਵੀ ਗਾਇਬ ਹੋ ਜਾਂਦੀ ਸੀ, ਉਹਦਾ ਡਿਪਰੈਸ਼ਨ ਵੀ ਦੂਰ ਹੋ ਜਾਂਦਾ ਸੀ, ਉਹਦੀ ਬੇਚੈਨੀ ਵੀ ਜਿਹੜੀ ਠੀਕ ਹੋ ਜਾਂਦੀ ਸੀ। ਤੇ ਪਰ ਅੱਜ ਵੀ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਆ। ਆ ਜਿਹੜੇ ਪੋਬਸ ਵਾਲੇ ਨੇ, ਇਹਨਾਂ ਨੇ ਮੈਗਜ਼ੀਨ ਛਾਪਿਆ ਸੀ, ਉਹਦੇ ਵਿੱਚ 2017 ਦੀ ਜਿਹੜੀ ਇਹਨਾਂ ਦੀ ਮੈਗਜ਼ੀਨ ਦੇ ਵਿੱਚ ਇਹਨਾਂ ਨੇ ਇਹ ਬਿਜ਼ਨਸ ਵਾਲਿਆਂ ਲਈ ਇਹ ਲਿਖਦੇ ਨੇ। ਇਹ ਕਹਿੰਦੇ ਨੇ ਕਾਫੀ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਆਪਣੇ ਲਈ ਇਹੋ ਜਿਹੇ EMPLOYEES ਨੂੰ ਲੱਭਦੀਆਂ ਨੇ ਜਿਨ੍ਹਾਂ ਦੀਆਂ ਗਟ ਫੀਲਿੰਗਸ ਹੋਣ, ਕਿਉਂਕਿ ਜਿਹੜੀਆਂ ਗਟ ਫੀਲਿੰਗਸ ਨੇ ਇਹ ਸਾਡੀ ਬਿਜ਼ਨਸ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੀਆਂ ਨੇ। ਜ਼ਿੰਦਗੀ ਦਾ ਹਰ ਡਿਸੀਜ਼ਨ ਜਿਹੜਾ ਅਗਰ ਅਸੀਂ ਗਟ ਫੀਲਿੰਗ ਦੇ ਥਰੂ ਲੈਣ ਲੱਗ ਜਾਈਏ ਤਾਂ ਉਹ ਬਿਲਕੁਲ ਐਕੂਰੇਟ ਹੁੰਦਾ ਹੈ, ਉਹ ਸਹੀ ਹੁੰਦਾ ਹੈ। ਇਹਦੇ ਉੱਤੇ ਬਹੁਤ ਖੋਜਾਂ ਚੱਲ ਰਹੀਆਂ ਨੇ ਵੀ ਕਿੱਥੋਂ ਉਹਦੇ ਹੱਲੇ ਅਸੀਂ ਇੰਨੀ ਡਿਟੇਲ 'ਚ ਨਹੀਂ ਜਾਣਾ, ਅਸੀਂ ਮੋਟਾ ਇਹਨੂੰ ਅਸੀਂ ਸਮਝੀਏ ਸੰਗਤ ਜੀ। ਇਹਦਾ ਤਕਰੀਬਨ ਸਾਨੂੰ ਸਾਰਿਆਂ ਨੂੰ ਐਕਸਪੀਰੀਅੰਸ ਹੈਗਾ ਆ, ਪਰ ਇਹਦੇ ਉੱਤੇ ਫੋਕਸ ਨਹੀਂ ਕਰਦੇ। ਤਾਂ ਇਹਨਾਂ ਨੇ ਜਿਹੜਾ ਫੋਰਬਸ ਵਾਲਿਆਂ ਨੇ ਇਹ ਕਿੱਥੋਂ ਇਹਨਾਂ ਨੇ ਇੰਸਪੀਰੇਸ਼ਨ ਲਈ ਸੀ? ਇਹਨਾਂ ਲਈ ਸੀ ਨੇਵੀ ਵਾਲਿਆਂ ਤੋਂ। ਸੋ ONR ਵਾਲਿਆਂ ਤੋਂ, ਆਫਿਸ ਨੇਵਲ ਰਿਸਰਚ ਵਾਲਿਆਂ ਤੋਂ, ਕਿਉਂਕਿ ਨੇਵੀ ਵਾਲੇ ਜਿਹੜੇ ਸੀ ਉਹ ਮੈਥਡ ਲੱਭਦੇ ਸੀ ਕਿ ਜਿਹੜੇ ਸਾਡੇ ਸੋਲਜਰਸ ਨੇ, ਕਿਉਂਕਿ ਨੇਵੀ ਦੇ ਸੋਲਜਰਸ ਸਮੁੰਦਰ ਵਿੱਚ ਹੀ ਹੋਣੇ ਨਾ, ਤਾਂ ਜਿਹੜੇ ਸਾਡੇ ਸੋਲਜਰਸ ਨੇ ਇਹਨਾਂ ਦੀ ਕਿਸ ਤਰ੍ਹਾਂ ਆਪਾਂ ਗਟ ਫੀਲਿੰਗ ਡਿਵੈਲਪ ਕਰੀਏ, ਉਹਦੇ ਲਈ ਮੈਥਡਸ ਲੱਭਦੇ ਸੀ। ਇਹਨਾਂ ਨੇ ਬਹੁਤ ਸਾਰੀਆਂ ਪ੍ਰੈਕਟਿਸਿਸ ਉਹਨਾਂ ਤੇ ਕਰਵਾਈਆਂ ਵੀ ਨੇਵੀ ਵਾਲਿਆਂ ਨੇ। ਕੀ ਕਰਵਾਇਆ ਵੀ ਸਮੁੰਦਰੀ ਜਹਾਜ਼ ਦੇ ਵਿੱਚ ਬਿਨਾਂ ਕੰਪਸ ਤੋਂ
ਉਹਨਾਂ ਨੂੰ ਕਹਿੰਦੇ ਸੀ ਦੱਸੋ ਅਸੀਂ ਕਿੱਧਰ ਨੂੰ ਲੈ ਕੇ ਜਾਈਏ, ਜਿਹੜਾ ਆਪਣਾ ਇਹ ਸ਼ਿਪ ਆ ਕਿੱਧਰ ਨੂੰ ਲੈ ਕੇ ਜਾਈਏ, ਤਾਂ ਆਪਣੀ ਗਟ ਫੀਲਿੰਗਸ ਦੇ ਥਰੂ ਦੱਸੋ। ਸੋ ਤੇ ਬਾਰ-ਬਾਰ ਅਭਿਆਸ ਕਰਾਉਂਦੇ ਸੀ, ਪ੍ਰੈਕਟਿਸਿਸ ਕਰਵਾਉਂਦੇ ਸੀ। ਹੋਰ ਵੀ ਇਹਨਾਂ ਨੇ ਬਹੁਤ ਸਾਰੇ ਮੈਥਡਸ ਜਿਹੜੇ ਉਹ ਲੱਭੇ ਨੇ, ਉਹਨਾਂ ਉੱਤੇ ਕੰਮ ਕੀਤਾ। ਤਾਂ ਉਹ ਕਹਿੰਦੇ ਸੀ ਇੱਥੋਂ ਤੱਕ ਇਹਨਾਂ ਨੇ ਗਟ ਫੀਲਿੰਗਸ ਜਿਹੜੀਆਂ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਵੀ ਜੇ ਕੋਈ ਥ੍ਰੈਟ ਹੋਣ ਵਾਲਾ ਹੋਵੇ ਪਹਿਲਾਂ ਹੀ ਪਤਾ ਚੱਲ ਜਾਵੇ ਅੰਦਰ। ਸੋ ਬਾਹਰਲੇ ਕਿਸੇ ਇੰਸਟਰੂਮੈਂਟ ਦੇ ਥਰੂ ਨਹੀਂ, ਉੱਪਰ ਵਾਲੇ ਬ੍ਰੇਨ ਦੇ ਥਰੂ ਨਹੀਂ, ਗਟ ਫੀਲਿੰਗ ਦੇ ਥਰੂ ਪਤਾ ਚੱਲ ਜਾਵੇ ਕੋਈ ਥ੍ਰੈਟ ਹੋਣ ਵਾਲਾ ਆ। ਇੱਥੋਂ ਤੱਕ ਇਹਨਾਂ ਨੇ ਇਹਨਾਂ ਦੇ ਉੱਤੇ ਪ੍ਰੈਕਟਿਸਿਸ ਜਿਹੜੀਆਂ ਕਰਵਾਈਆਂ ਨੇ, ਕਰਵਾ ਰਹੇ ਨੇ। ਸੋ 2014 ਦੀ ਰਿਸਰਚ ਜਿਹੜੀ ਆ ਇਹ ਗਟ ਫੀਲਿੰਗ ਨੂੰ ਇਹਨਾਂ ਨੇ ਵਰਡ ਦਿੱਤਾ ਸਿਕਸ ਸੈਂਸ ਦਾ, ਇੰਟਿਊਸ਼ਨ ਦਾ ਵੀ। ਤੋ ਸਿਕਸ ਸੈਂਸ ਦੀ ਵੀ ਗੱਲ ਕਰ ਰਹੇ ਨੇ। ਇਹ ਕਹਿੰਦੇ ਨੇ ਇਹਨੂੰ ਡਿਵੈਲਪ ਕਰਨ ਦੇ ਲਈ ਸੋ ਬਹੁਤ ਸਾਰਾ ਇਹਦੇ ਉੱਤੇ ਕੰਮ ਕੀਤਾ। ਯੂਨੀਵਰਸਿਟੀ ਆਫ ਕੈਲੀਫੋਰਨੀਆ ਇਹਦੀ ਇਹਨਾਂ ਨੇ ਇੱਕ ਬੁੱਕ ਵੀ ਲਿਖੀ ਆ, ਇਹਦੀ MD ਜੁਡਿਸ਼ ਨੇ ਬੁੱਕ ਲਿਖੀ ਹੈ, ਉਹ ਗਾਈਡ ਟੂ ਇੰਟੂਟਿਵ ਹੈਲਥ। ਉਹ ਕਹਿੰਦੀ ਮੈਂ ਬਹੁਤ ਲੋਕਾਂ ਦੇ ਉੱਤੇ ਕੰਮ ਕਰ ਰਹੀ ਹਾਂ ਕਿ ਉਹਨਾਂ ਦੀ ਜਿਹੜੀ ਹੈ ਇਹ ਗਟ ਫੀਲਿੰਗ ਜਾਂ ਉਹਨਾਂ ਦੀ ਇੰਟਿਊਸ਼ਨ ਜਿਹੜੀ ਉਹ ਡਿਵੈਲਪ ਹੋ ਪਾਵੇ, ਜਾਂ ਉਹਨਾਂ ਦੀ ਸਿਕਸ ਸੈਂਸ ਜਿਹੜੀ ਉਹ ਡਿਵੈਲਪ ਹੋ ਜਾਵੇ, ਉਹ ਲਾਈਫ ਨੂੰ ਈਜ਼ੀ ਬਣਾ ਕੇ ਰੱਖ ਦੇਵੇਗੀ। ਔਰ ਬਹੁਤ ਵਾਰ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਡਿਸੀਜ਼ਨਸ ਹੁੰਦੇ ਨੇ ਜਿਹੜੇ ਅਸੀਂ ਲੈਣੇ ਹੁੰਦੇ ਨੇ, ਪਰ ਉਹਦੇ ਵਿੱਚੋਂ ਇੱਕ ਲੈਣਾ ਹੁੰਦਾ, ਬਹੁਤ ਸਾਰੇ ਰਸਤੇ ਹੁੰਦੇ ਨੇ, ਸਾਨੂੰ ਸਮਝ ਨਹੀਂ ਆਉਂਦੀ ਅਸੀਂ ਉਹਦੇ ਚੋਂ ਕਿਹੜਾ ਲਈਏ। ਇਹ ਰਿਸਰਚਰਸ ਕਹਿੰਦੀਆਂ ਨੇ ਵੀ ਜਿਹੜੀ ਸਾਡੀ ਗਟ ਫੀਲਿੰਗ ਹੈ ਨਾ, ਉਹ ਬਿਲਕੁਲ ਐਕੂਰੇਟ ਤੁਹਾਡੇ ਲਈ ਡਿਸੀਜ਼ਨ ਲੈ ਕੇ, ਮਤਲਬ ਉਹ ਜਿਹੜਾ ਇਸ਼ਾਰਾ ਕਰੇਗੀ, ਪਰ ਉਹ ਅਸੀਂ ਉਹਦੇ ਤੇ ਫੋਕਸ ਨਹੀਂ ਕਰਦੇ। ਉਹਦੇ ਤੇ ਸਾਨੂੰ ਫੋਕਸ ਕਰਨਾ ਚਾਹੀਦਾ। ਇਹਦੇ ਤੇ ਅਸੀਂ ਦੇਖਾਂਗੇ ਵੀ ਕੀ ਕੀ ਸਾਨੂੰ ਦੱਸ ਰਹੇ ਨੇ, ਕਿਵੇਂ ਕਰੋ। ਸੋ ਚਾਈਨਾ ਦੀ ਰਿਸਰਚ ਜਾਂ ਇੱਥੇ ਯੂਨੀਵਰਸਿਟੀਜ਼ ਦੇ ਵਿੱਚ ਵੀ ਸਟੂਡੈਂਟਸ ਨੂੰ ਇਵੇਂ ਕਰਵਾਇਆ ਜਾਂਦਾ, ਆਪਣੀਆਂ ਜਿਹੜੀਆਂ ਡਿਸੀਜ਼ਨ ਅਗਰ ਕੋਈ ਲੈਣਾ ਹੋਵੇ। ਸੋ ਮੰਨ ਲਓ ਕਿ ਦੋ ਜੌਬਸ ਨੇ ਇੱਕ ਕਿਸੇ ਦੇ ਸਾਹਮਣੇ, ਤਾਂ ਉਹ ਦੋਨੋਂ ਨੂੰ ਅੱਛੀਆਂ ਲੱਗ ਰਹੀਆਂ ਨੇ, ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਕਿਹੜੇ ਪਾਸੇ ਜਾਵਾਂ। ਫਿਰ ਗਟ ਫੀਲਿੰਗ ਨੂੰ ਡਿਵੈਲਪ ਕਰਨ ਦੇ ਲਈ ਕੀ ਕਰਾਉਂਦੇ ਨੇ ਯੂਨੀਵਰਸਿਟੀ ਦੇ ਵਿੱਚ, ਸੋ ਜਿਹੜਾ ਕੋਇਨ ਨੂੰ ਉਹਨੂੰ ਉਹਦੇ ਟੌਸ ਕਰਵਾਉਂਦੇ ਨੇ, ਫਲਿੱਪ ਕਰਦੇ ਨੇ ਉਹਨੂੰ, ਹੈ ਨਾ। ਸੋ ਉਹ ਕਹਿੰਦੇ ਨੇ ਜਦੋਂ ਹਾਲੇ ਹਵਾ ਦੇ ਵਿੱਚ ਹੀ ਫਲਿੱਪ ਕਰ ਰਿਹਾ ਹੁੰਦਾ ਕੋਇਨ, ਤਾਂ ਉਸ ਵਕਤ ਜਿਹੜੀ ਤੁਹਾਨੂੰ ਗਟ ਫੀਲਿੰਗ ਆ ਰਹੀ ਹੈ ਉਹੀ ਰਾਈਟ ਡਿਸੀਜ਼ਨ ਆ। ਬੇਸ਼ੱਕ ਟੌਸ ਹੋ ਕੇ ਜਿਹੜਾ ਤੁਸੀਂ ਤੁਹਾਡੀ ਗਟ ਫੀਲਿੰਗ ਨੇ ਦੱਸਿਆ ਰਿਜ਼ਲਟ ਉਹਦੇ ਆਪੋਜ਼ਿਟ ਹੋਵੇ, ਉਸ ਰਿਜ਼ਲਟ ਨੂੰ ਨਹੀਂ ਦੇਖਣਾ, ਆਪਣੀ ਗਟ ਫੀਲਿੰਗ ਨੂੰ ਨੋਟ ਕਰੋ, ਉਹੀ ਰਾਈਟ ਡਿਸੀਜ਼ਨ ਆ। ਸੋ ਜਦੋਂ ਫਲਿੱਪ ਕਰ ਰਿਹਾ ਉਦੋਂ ਕਹਿੰਦੇ ਜੋ ਫੀਲ ਹੋਇਆ, ਇਹ ਯੂਨੀਵਰਸਿਟੀਜ਼ ਵਿੱਚ ਕਰਵਾਉਂਦੇ ਨੇ। ਚਾਈਨਾ ਦੀ ਜਿਹੜੀ ਰਿਸਰਚ ਕਹਿੰਦੀ ਹੈ, ਇਹ ਕਹਿੰਦੀ ਹੈ ਕਿ ਉਹਨੂੰ ਕੋਇਨ ਨੂੰ ਨੀਚੇ ਆ ਲੈਣ ਦਿਓ। ਉਸ ਵਕਤ ਤੁਸੀਂ ਦੇਖੋ ਰਿਜ਼ਲਟ ਜੋ ਆਇਆ, ਤੁਸੀਂ ਉਸ ਰਿਜ਼ਲਟ ਨੂੰ ਦੇਖ ਕੇ ਖੁਸ਼ ਹੋਏ, ਹੈਪੀ ਹੋਏ ਜਾਂ ਸੈਡ ਹੋਏ। ਅਗਰ ਉਸ ਰਿਜ਼ਲਟ ਨੂੰ ਦੇਖ ਕੇ ਖੁਸ਼ ਹੋਏ ਤਾਂ ਤੁਹਾਡੇ ਲਈ ਇਹੀ ਡਿਸੀਜ਼ਨ ਹੈ, ਤੁਸੀਂ ਇਹ ਲੈ ਲਓ। ਅਗਰ ਤੁਸੀਂ ਸੈਡ ਹੋਏ, ਬੇਸ਼ੱਕ ਸਾਹਮਣੇ ਰਿਜ਼ਲਟ ਜੋ ਵੀ ਹੈ, ਸੋ ਜੋ ਤੁਸੀਂ ਸੈਡ ਹੋਏ ਦਾ ਮਤਲਬ ਤੁਹਾਡੀ ਗਟ ਫੀਲਿੰਗ ਕਹਿ ਰਹੀ ਆ ਵੀ ਇਹ ਤੇਰੇ ਲਈ ਡਿਸੀਜ਼ਨ ਨਹੀਂ ਹੈਗਾ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੈਥਡ ਨੇ, ਇਕੱਲਾ ਇੱਕ ਨੂੰ ਲੈ ਕੇ ਨਹੀਂ ਅਸੀਂ ਆਪਣੀ ਲਾਈਫ ਦਾ ਡਿਸੀਜ਼ਨ ਕੋਈ ਵੀ ਲੈ ਸਕਦੇ। ਹੋਰ ਵੀ ਬਹੁਤ ਸਾਰੇ ਮੈਥਡਸ ਨੇ, ਉਹ ਮੈਂ ਆਪ ਜੀ ਦੇ ਨਾਲ ਹੁਣ ਮੈਂ ਸ਼ੇਅਰ ਕਰਾਂਗੀ। ਇਹ ਸਾਡੇ ਹੁਣ ਕੰਮ ਆਉਣ ਵਾਲੀਆਂ ਚੀਜ਼ਾਂ, ਇਹ ਤਾਂ ਅਸੀਂ ਥੋੜੀ ਜਿਹੀ ਨੌਲੇਜ ਗੇਨ ਕਰ ਲਈ, ਹੈ ਨਾ। ਹੁਣ ਅਸੀਂ ਕਿਵੇਂ ਆਪਣੀ ਗਟ ਫੀਲਿੰਗ ਨੂੰ ਜਿਹੜੀ ਹੈ ਆਪਣੇ ਸੈਕੰਡ ਬ੍ਰੇਨ ਨੂੰ ਡਿਵੈਲਪ ਕਰੀਏ। ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਮੈਡੀਟੇਸ਼ਨ। ਔਰ ਜਦੋਂ ਤੁਸੀਂ ਮੈਡੀਟੇਸ਼ਨ ਵਿੱਚ ਬੈਠਦੇ ਹੋ ਤੇ ਨੋਟ ਕਰੋ, ਚਾਹੇ ਤੁਹਾਡੇ ਅੰਦਰ ਸਾਰੇ ਦਿਨ ਕੁਝ ਚੱਲਦਾ ਹੋਇਆ, ਇੱਕ ਦਿਨ ਪਹਿਲਾਂ, 2 ਦਿਨ ਪਹਿਲਾਂ, 5-7 ਦਿਨ ਪਹਿਲਾਂ ਕੁਝ ਵੀ ਤੁਹਾਡੇ ਅੰਦਰ ਚੱਲ ਰਿਹਾ ਸੀ, ਤੁਹਾਨੂੰ ਪਤਾ ਨਹੀਂ ਸੀ ਲੱਗਦਾ ਕਿ ਡਿਸੀਜ਼ਨ ਲਈਏ ਜਾਂ ਜ਼ਿੰਦਗੀ 'ਚ ਪਤਾ ਨਹੀਂ ਕੀ ਹੋਣ ਵਾਲਾ, ਨਾ। ਸੋ ਉਹ ਜਦੋਂ ਤੁਸੀਂ ਮੈਡੀਟੇਸ਼ਨ ਵਿੱਚ ਬੈਠਦੇ ਹੋ, ਉਸ ਵਕਤ ਤੁਹਾਨੂੰ ਗਟ ਫੀਲਿੰਗ ਜਿਹੜੀ ਆ ਜਾਂਦੀ ਹੈ ਆਟੋਮੈਟਿਕਲੀ, ਬਿਨਾਂ ਕੁਝ ਕੀਤੇ। ਉਸ ਵਕਤ ਉਹ ਕਹਿੰਦੇ ਨੇ ਉਹਨੂੰ ਸੁਣੋ, ਉਹਨੂੰ ਮਤਲਬ ਨੋਟ ਕਰੋ। ਸੁਣੋ ਮਤਲਬ ਉਹ ਫੀਲਿੰਗਸ ਨੂੰ ਸੁਣੋ ਚੰਗੀ ਤਰ੍ਹਾਂ, ਕੀ ਕਿਹਾ ਜਾ ਰਿਹਾ ਤੁਹਾਡਾ ਅੰਦਰੋਂ, ਕੀ ਕਿਹਾ ਜਾ ਰਿਹਾ, ਉਹ ਬਿਲਕੁਲ ਰਾਈਟ ਡਿਸੀਜ਼ਨ ਆ, ਰਾਈਟ ਸਟੈਪ ਆ। ਹੋਰ ਕਹਿੰਦੇ ਨੇ ਪੇ ਅਟੈਂਸ਼ਨ ਟੂ ਯੂਅਰ ਗਟ। ਸੋ ਕਿੰਨੀ ਵਾਰ ਸਾਨੂੰ ਇਹ ਜਿਹੜੀ ਗਟ ਫੀਲਿੰਗਸ ਆਉਂਦੀਆਂ ਨੇ ਉਹਨੂੰ ਧਿਆਨ ਦਿਓ, ਇਗਨੋਰ ਨਾ ਕਰੋ, ਉਹਦੇ ਤੇ ਫੋਕਸ ਕਰੋ। ਆ ਜਾਂਦੀ, ਅਸੀਂ ਉਹਦੇ ਤੇ ਬਹੁਤਾ ਧਿਆਨ ਨਹੀਂ ਦੇ ਪਾਉਂਦੇ। ਉਹ ਕਹਿੰਦੇ ਉਹਦੇ ਤੇ ਫੋਕਸ ਕਰਨਾ ਤੁਸੀਂ ਸ਼ੁਰੂ ਕਰੋ। ਫਿਰ ਕਹਿੰਦੇ ਨੇ ਮਿਨੀ ਮੈਡੀਟੇਸ਼ਨ ਬ੍ਰੇਕ, ਇੱਕ ਇਹ ਵੀ ਸਟੈਪ ਇਹਨਾਂ ਨੇ ਦੱਸਿਆ। ਉਹ ਕੀ ਕਰੋ,
ਕਿ ਜਦੋਂ ਵੀ ਕੋਈ ਤੁਸੀਂ ਡਿਸੀਜ਼ਨ ਲੈਣਾ, ਮੰਨ ਲਓ ਕਿਸੇ ਸਟੂਡੈਂਟ ਨੇ ਜਾਂ ਬਿਜ਼ਨਸ ਕਰਨ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਜ਼ਿੰਦਗੀ ਦਾ ਕੋਈ ਵੀ ਲੈਣਾ, ਪਾਰਟਨਰ ਚੁਣਨ ਦੇ ਲਈ ਲੈਣਾ, ਕੁਛ ਵੀ ਡਿਸੀਜ਼ਨ ਲੈਣਾ, ਫਿਰ ਕੀ ਕਰੋ, ਅੱਖਾਂ ਬੰਦ ਕਰੋ, ਗਹਿਰੇ ਲੰਬੇ ਸਾਹ ਭਰੋ, ਚੰਗੀ ਤਰ੍ਹਾਂ ਭਰੋ, 3 ਮਿੰਟ ਤੱਕ ਇਹ ਤਾਂ ਕਹਿੰਦੇ ਭਰਦੇ ਰਹੋ, ਫਿਰ ਸ਼ਾਂਤ ਹੋ ਜਾਓ। ਇਹਦੇ ਨਾਲ ਤੁਹਾਡੀ ਇੰਟਿਊਸ਼ਨ ਪਾਵਰ ਜਿਹੜੀ ਵਧੇਗੀ। ਸੋ ਜਦੋਂ ਵੀ ਕੋਈ ਡਿਸੀਜ਼ਨ ਲੈਣਾ, ਫਿਰ ਤੁਸੀਂ ਇਸ ਤਰ੍ਹਾਂ ਕਰੋ। ਨਹੀਂ ਵੀ ਤੁਹਾਡੇ ਕੋਲ 3 ਮਿੰਟ ਹੈਗੇ, ਮੰਨ ਲਓ ਕਿ ਤੁਸੀਂ ਕੁਇਕ ਮਤਲਬ ਫਾਸਟ ਤੁਸੀਂ ਇੱਕਦਮ ਕੁਇਕ ਡਿਸੀਜ਼ਨ ਲੈਣਾ ਆ, ਫਿਰ ਵੀ ਤੁਸੀਂ ਗਹਿਰੇ ਲੰਬੇ ਸਾਹ ਭਰੋ। ਨਹੀਂ ਵੀ ਅੱਖਾਂ ਬੰਦ ਕਰ ਸਕਦੇ, ਕੋਈ ਨਹੀਂ, ਤੁਸੀਂ ਸਾਰਿਆਂ ਦੇ ਵਿੱਚ ਬੈਠੇ ਹੋ, ਤਾਂ ਫਿਰ ਉਹ ਜਦੋਂ ਮਨ ਸ਼ਾਂਤ ਹੋ ਕੇ ਗਹਿਰੇ ਲੰਬੇ ਸਾਹ ਭਰਨ ਤੋਂ ਬਾਅਦ ਮਨ ਸ਼ਾਂਤ ਹੋ ਜਾਂਦਾ, ਉਸ ਵਕਤ ਜੋ ਤੁਹਾਡੀ ਗਟ ਫੀਲਿੰਗ ਕਹਿ ਰਹੀ ਹੈ, ਉਹ ਰਾਈਟ ਡਿਸੀਜ਼ਨ ਹੈ। ਇਹ ਸਾਰੇ ਕੁਛ ਅਸੀਂ ਪ੍ਰੈਕਟਿਸਿਸ ਕਰਦੀਆਂ ਤਾਂ ਜਾ ਕੇ ਸਾਡੀ ਇਹ ਜਿਹੜੀ ਡਿਵੈਲਪ ਹੋਣੀ ਹੈ ਸਾਰਾ। ਹੋਰ ਕਹਿੰਦੇ ਨੇ ਪੇ ਅਟੈਂਸ਼ਨ ਟੂ ਐਨਰਜੀ। ਸੋ ਕਿਸੇ ਨੂੰ ਜਦੋਂ ਤੁਸੀਂ ਮਿਲੇ, ਚਾਹੇ ਬਿਜ਼ਨਸ ਜਿਹਦੇ ਨਾਲ ਕਰਨਾ ਉਹਨੂੰ ਮਿਲੇ, ਜਾਂ ਜਿਹਦੇ ਨਾਲ ਤੁਸੀਂ ਲਾਈਫ ਪਾਰਟਨਰ ਆਪਣਾ ਚੁਣਨਾ ਆ, ਜਾਂ ਕਿਸੇ ਨੂੰ ਫਰੈਂਡ ਬਣਾਉਣਾ ਆ, ਹੈ ਨਾ, ਜਾਂ ਕਿਸੇ ਦੇ ਨਾਲ ਤੁਸੀਂ ਆਪਣਾ ਕਿਸੇ ਤਰ੍ਹਾਂ ਦਾ ਵੀ ਕੋਈ ਡਿਵੈਲਪਮੈਂਟ ਚਾਹੁੰਦੇ ਹੋ, ਉਹਦੇ ਨਾਲ ਅੱਗੇ ਵਧਣਾ ਚਾਹੁੰਦੇ ਹੋ, ਤਾਂ ਜਦੋਂ ਤੁਸੀਂ ਉਹਨਾਂ ਨੂੰ ਮਿਲੇ, ਤੁਸੀਂ ਡਰੇਨਡ ਹੋ ਗਏ ਜਾਂ ਤੁਸੀਂ ਐਨਰਜੀ ਫੀਲ ਕੀਤੀ, ਉਹਨੂੰ ਨੋਟਿਸ ਵਿੱਚ ਲਓ, ਨੋਟ ਕਰੋ ਉਹਨੂੰ ਕੀ ਹੋਇਆ ਸੀ ਤੁਹਾਨੂੰ ਉਹਦੇ ਨਾਲ। ਅਗਰ ਤੁਹਾਨੂੰ ਉਹਨਾਂ ਨਾਲ ਐਨਰਜੀ ਫੀਲ ਹੋਈ, ਤੁਹਾਡਾ ਵਧਿਆ ਐਨਰਜੀ ਲੈਵਲ, ਖੁਸ਼ੀ ਮਹਿਸੂਸ ਹੋਈ, ਇਹ ਤੁਹਾਡੀਆਂ ਗਟ ਫੀਲਿੰਗਸ ਦੱਸ ਰਹੇ ਨੇ, ਠੀਕ ਹੈ, ਤਾਂ ਉਹਦੇ ਨਾਲ ਜਾ ਸਕਦਾ। ਅਗਰ ਇਸ ਤਰ੍ਹਾਂ ਦੀਆਂ ਨਹੀਂ ਫੀਲਿੰਗਸ ਆਈਆਂ, ਫਿਰ ਤੁਸੀਂ ਥੋੜਾ ਵੇਟ ਕਰੋ, ਕਾਹਲੀ ਦੇ ਨਾਲ ਡਿਸੀਜ਼ਨ ਨਾ ਲਓ। ਅਗਲਾ ਸਟੈਪ ਕਹਿ ਰਹੇ ਨੇ ਮੇਕ ਅ ਲਿਸਟ ਯੂਅਰ ਗਟ। ਲਿਸਟ ਬਣਾਈ ਜਾਓ ਰੋਜ਼ ਦੀ ਰੋਜ਼। ਰੋਜ਼ ਦੀ ਰੋਜ਼ ਜਦੋਂ ਤੁਸੀਂ ਲਿਸਟ ਬਣਾਉਣ ਲੱਗ ਜਾਂਦੇ ਹੋ, ਤੁਹਾਡਾ ਗਟ ਫੀਲਿੰਗਸ ਵਿੱਚ ਧਿਆਨ ਜਾਣ ਲੱਗ ਜਾਂਦਾ ਹੈ। ਫਿਰ ਉਹ ਕਹਿੰਦੇ ਨੇ ਵੀ ਆਪਣੀ ਗਟ ਫੀਲਿੰਗ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਉਸੇ ਵਕਤ ਇਗਨੋਰ ਨਾ ਮਾਰੋ, ਉਹਨੂੰ ਸੁਣੋ ਔਰ ਲਿਸਟ ਬਣਾਈ ਜਾਓ। ਇਹ ਹੌਲੀ ਹੌਲੀ ਤੁਹਾਡੀ ਜਿਹੜੀ ਹੈ ਇਹ ਡਿਵੈਲਪ ਹੋ ਜਾਊਗੀ। ਉਹ ਕਹਿੰਦੇ ਨੇ ਆਪਣੇ ਆਪ ਨੂੰ ਉੱਚੀ ਬੋਲ ਕੇ ਕੁਐਸਚਨ ਕਰੋ, ਕਹੋ ਆਪਣੇ ਆਪ ਨੂੰ ਤੂੰ ਕੀ ਚਾਹੁੰਦਾ ਆ। ਜ਼ਰੂਰ ਆਪਣੇ ਆਪ ਨੂੰ ਕੁਐਸਚਨ ਕਰੋ, ਤੂੰ ਕੀ ਚਾਹੁੰਦਾ ਆ। ਉਹਦੇ ਨਾਲ ਵੀ ਤੁਹਾਡੀਆਂ ਗਟ ਫੀਲਿੰਗਸ ਜਿਹੜੀਆਂ ਡਿਵੈਲਪ ਹੋਣ ਲੱਗ ਜਾਣਗੀਆਂ, ਤੁਹਾਡਾ ਅੰਦਰਲਾ ਵੀ ਤੁਹਾਨੂੰ ਦੱਸੂਗਾ ਤੂੰ ਕੀ ਚਾਹੁੰਦਾ ਆ। ਹੌਲੀ ਹੌਲੀ ਇਹਨੂੰ ਅਗਰ ਅਧਿਆਤਮਕ ਲੈਵਲ ਦੇ ਉੱਤੇ ਅਸੀਂ ਲੈ ਜਾਈਏ, ਤਾਂ ਫਿਰ ਅੰਦਰਲੇ ਸਿਸਟਮ ਨੇ ਸਾਨੂੰ ਇਹ ਵੀ ਦੱਸਣ ਲੱਗ ਜਾਣਾ ਵੀ ਮੈਂ ਆਪਣੇ ਆਪ ਨੂੰ ਮਿਲਣਾ ਚਾਹੁੰਦਾ, ਮੈਂ ਜਾਂ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦਾ ਹੈ। ਕਿ ਸਾਡਾ ਮਨ ਕਹਿੰਦਾ ਸਾਰਿਆਂ ਦਾ, ਪਰ ਅਸੀਂ ਉਹਨੂੰ ਇਗਨੋਰ ਮਾਰ ਦਿੰਦੇ ਹਾਂ ਫਿਰ। ਸੋ ਇਹਦੇ ਉੱਤੇ ਫਿਰ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ। ਫਿਰ ਕਹਿੰਦੇ ਨੇ ਲਿਖਣਾ ਵੀ ਸ਼ੁਰੂ ਕਰੋ। ਔਰ ਕਿਸ ਤਰ੍ਹਾਂ ਲਿਖੋ, ਜੋ ਗਟ ਫੀਲਿੰਗ ਆਈ, ਜਿਸ ਤਰ੍ਹਾਂ ਦੀ ਵੀ ਆਈ, ਆਪਣੇ ਕੋਲੋਂ ਕੁਝ ਵੀ ਵਿੱਚ ਉਹਦੇ ਐਡ ਨਹੀਂ ਕਰਨਾ, ਆਪਣੇ ਵਿਚਾਰ, ਆਪਣੇ ਭਾਵ ਕੁਝ ਵੀ ਨਹੀਂ ਪਾਣੇ। ਜੋ ਵੀ ਆਈ, ਜਦੋਂ ਵੀ ਆਈ, ਉਸੇ ਵਕਤ ਲਿਖੋ, ਉਹਨੂੰ ਡਿਲੇ ਨਾ ਕਰੋ। ਜਦੋਂ ਤੁਸੀਂ ਡਿਲੇ ਕਰੋਗੇ, ਤੁਸੀਂ ਫਿਰ ਉਹਨੂੰ ਮੋਡੀਫਾਈ ਕਰ ਲਓਗੇ, ਕੁਝ ਆਪਣਾ ਹੀ ਮਿਕਸ ਕਰਕੇ ਲਿਖ ਲਓਗੇ, ਕਿਉਂਕਿ ਭੁੱਲ ਜਾਂਦਾ ਹੈ। ਉਸੇ ਵਕਤ ਹੀ ਲਿਖੋ। ਉਹ ਸਟਲ ਲਿਆ, ਉਹ ਕਹਿੰਦੇ ਉਹ ਜਿਹੜੀ ਗਟ ਫੀਲਿੰਗ ਆ ਉਹ ਬਿਲਕੁਲ ਸਟਲ ਹੈ, ਉਹਨੂੰ ਉਸੇ ਵਕਤ ਲਿਖੋ। ਅਗਲਾ ਸਟੈਪ ਹੈਗਾ ਐਕਸ਼ਨ ਲਓ। ਜਿਹੜੀ ਤੁਹਾਨੂੰ ਗਟ ਫੀਲਿੰਗ ਆਈ ਹੈ ਨਾ, ਉਹ ਤੇ ਚੱਲਣਾ ਸ਼ੁਰੂ ਕਰੋ, ਐਕਸ਼ਨ ਲਓ। ਕਿੰਨੀ ਵਾਰ ਅਸੀਂ ਕਹਿੰਦੇ ਮੇਰੇ ਅੰਤਰ ਮਨ ਨੇ ਆ ਮੈਨੂੰ ਕਿਹਾ ਸੀ ਇਹ ਕੰਮ ਮਾੜਾ ਆ, ਫਿਰ ਵੀ ਅਸੀਂ ਕਰ ਲੈਂਦੇ ਹਾਂ। ਉਹ ਕਹਿੰਦੇ ਐਕਸ਼ਨ ਲਓ, ਜੋ ਗਟ ਫੀਲਿੰਗ ਕਹਿ ਰਹੀ ਹੈ ਉਹਦੇ ਤੇ ਚੱਲੋ। ਟਰਸਟ ਯੋਰਸੈਲਫ, ਆਪਣੇ ਆਪ ਦੇ ਉੱਤੇ ਵਿਸ਼ਵਾਸ ਕਰੋ, ਫੇਥ ਕਰੋ ਕਿ ਤੁਹਾਡੇ ਕੋਲ ਗਟ ਫੀਲਿੰਗਸ ਹੈਗੀਆਂ ਨੇ। ਜਦੋਂ ਟਰਸਟ ਕਰਨ ਲੱਗ ਜਾਂਦੇ ਆਪਣੇ ਆਪ ਦੇ ਉੱਤੇ, ਫਿਰ ਤੁਸੀਂ ਉਹਨਾਂ ਨੂੰ ਦੇਖਣ ਵੀ ਲੱਗ ਜਾਂਦੇ ਹੋ। ਮਤਲਬ ਦੇਖਣ ਦਾ ਮੀਨਸ ਹੁੰਦਾ ਅੱਖਾਂ ਨਾਲ ਤਾਂ ਨਹੀਂ ਦਿਸਣਾ, ਅੰਦਰਲੀਆਂ ਵੀ ਇੱਕ ਅੱਖਾਂ ਨੇ, ਉਹਦੇ ਨਾਲ ਤੁਸੀਂ ਫੀਲ ਕਰਨ ਲੱਗ ਜਾਂਦੇ ਹੋ, ਨੋਟਿਸ ਵਿੱਚ ਲੈਣ ਲੱਗ ਜਾਂਦੇ ਹੋ। ਹੋਰ ਇਹ ਕਹਿ ਰਹੇ ਨੇ ਕਿ ਜਿਹੜੇ ਤੁਹਾਨੂੰ ਸੁਪਨੇ ਵੀ ਆਉਂਦੇ ਨੇ ਨਾ, ਉਹਨਾਂ ਨੂੰ ਵੀ ਲਿਖਣਾ ਸ਼ੁਰੂ ਕਰ ਦਿਓ। ਜਦੋਂ ਉੱਠੇ ਆ ਉਸੇ ਵਕਤ ਲਿਖ ਲਓ, ਬਾਅਦ ਵਿੱਚ ਤਾਂ ਤੁਸੀਂ ਬਹੁਤ ਕੁਝ ਉਹਨੂੰ ਮੋਡੀਫਾਈ ਕਰ ਲੈਣਾ ਹੈ। ਉਸੇ ਵਕਤ ਉਹਨੂੰ ਲਿਖਣਾ ਸ਼ੁਰੂ ਕਰ ਦਿਓ। ਇੱਥੋਂ ਵੀ ਤੁਹਾਨੂੰ ਬਹੁਤ ਸਾਰਾ ਜਿਹੜਾ ਆ ਸੁਪਨੇ ਵੀ ਤੁਹਾਨੂੰ ਕਲੈਰਿਟੀ ਦੇਣੀ ਸ਼ੁਰੂ ਕਰ ਦੇਣਗੇ ਵੀ ਤੁਹਾਡੇ ਅੰਦਰ ਚੱਲ ਕੀ ਰਿਹਾ ਐਕਚੁਅਲੀ। ਤੁਹਾਡੇ ਸੁਪਨੇ ਤੁਹਾਨੂੰ ਦੱਸਣ ਲੱਗ ਜਾਣਗੇ।
ਤੇ ਇਹ ਸੰਗਤ ਜੀ ਸਾਨੂੰ ਇਹਨਾਂ ਨੇ ਸਟੈਪਸ ਦੱਸੇ ਨੇ ਕੀ ਕਰਨੇ ਨੇ। ਤਾਂ ਸਾਨੂੰ ਗਟ ਫੀਲਿੰਗ ਬਾਰੇ ਹੁਣ ਸਾਰਿਆਂ ਨੂੰ ਪਤਾ ਚੱਲ ਗਿਆ ਵੀ ਕੀ ਹੈ। ਔਰ ਰਿਸਰਚਰਸ ਕਹਿੰਦੀਆਂ ਨੇ ਲੇਡੀਜ਼ ਦੀ ਗਟ ਫੀਲਿੰਗਸ ਜਿਹੜੀਆਂ ਨੇ ਇਹ ਨੈਚੁਰਲ ਹੀ ਜ਼ਿਆਦਾ ਹੁੰਦੀਆਂ ਨੇ, ਕੁਦਰਤੀ ਤੌਰ ਤੇ। ਇਹਨਾਂ ਨੂੰ ਹੋਣ ਵਾਲੀਆਂ ਘਟਨਾਵਾਂ ਜਿਹੜੀਆਂ ਨੇ ਕੰਪੈरेटिवली ਛੇਤੀ ਪਤਾ ਚੱਲ ਜਾਂਦੀਆਂ ਨੇ। ਇਹ ਫੀਲਿੰਗਸ ਦੇ ਥਰੂ ਦੱਸ ਦਿੰਦੀਆਂ ਨੇ ਬੰਦਾ ਚੰਗਾ ਹੈ ਜਾਂ ਮਾੜਾ ਹੈ। ਇਹਨਾਂ ਦੇ ਕੋਲੇ ਜ਼ਿਆਦਾ ਆ ਇਹ ਗਟ ਫੀਲਿੰਗ, ਨੈਚੁਰਲ, ਕੁਦਰਤੀ ਤੌਰ ਦੇ ਉੱਤੇ। ਸੋ ਨਾਲ ਹੀ ਇਹਨਾਂ ਨੇ ਜਿਹੜਾ ਦੱਸਿਆ ਵੀ ਤੁਸੀਂ ਹੈਲਦੀ ਫੂਡ ਖਾਓ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦਾ ਪੇਟ ਦੇ ਨਾਲ ਕਨੈਕਸ਼ਨ ਹੈ। ਫੂਡ ਸਾਡਾ ਪੇਟ ਵਿੱਚ ਹੀ ਜਾਣਾ ਹੈ ਨਾ, ਤੇ ਉਹ ਕਹਿੰਦੇ ਨੇ ਹੈਲਦੀ ਫੂਡ ਖਾਓ। ਇਹ ਵੀ ਤੁਹਾਡੀਆਂ ਗਟ ਫੀਲਿੰਗਸ ਨੂੰ ਡਿਵੈਲਪ ਕਰਨ ਵਿੱਚ ਬਹੁਤ ਹੈਲਪ ਕਰੇਗਾ। ਸੰਗਤ ਜੀ, 2 ਹਾਰਮੋਨਸ ਨੇ, ਕਿੰਨੇ ਕੈਮੀਕਲਸ ਨੇ ਸਾਡੀ ਬਾਡੀ ਦੇ ਵਿੱਚ ਰਿਲੀਜ਼ ਹੁੰਦੇ ਨੇ। 2 ਦੀ ਅਸੀਂ ਗੱਲ ਕਰੀਏ, ਜਿਹੜੇ ਕਿ ਸਾਡੀ ਹੈਪੀਨੈਸ ਦੇ ਲਈ ਰਿਸਪੌਂਸੀਬਲ ਨੇ, ਸਾਡੇ ਅੱਛੇ ਮੂਡ ਦੇ ਲਈ, ਸਾਨੂੰ ਮੋਟੀਵੇਟ ਕਰਨ ਦੇ ਲਈ ਰਿਸਪੌਂਸੀਬਲ ਨੇ, ਡੋਪਾਮਾਈਨ ਤੇ ਸੈਰੋਟੋਨਿਨ। ਆਪ ਜੀ ਨੂੰ ਹੈਰਾਨੀ ਹੋਵੇਗੀ, ਸਾਨੂੰ ਲੱਗਦਾ ਵੀ ਉੱਪਰਲੇ ਬ੍ਰੇਨ ਵਿੱਚ ਸ਼ਾਇਦ ਇਹ ਜ਼ਿਆਦਾ ਰਿਲੀਜ਼ ਹੁੰਦੇ ਨੇ। ਨੋ, 90% ਡੋਪਾਮਾਈਨ ਤੇ ਸੈਰੋਟੋਨਿਨ ਜਿਹੜੇ ਖੁਸ਼ੀ ਦੇ ਇਹ ਕੈਮੀਕਲਸ ਨੇ, ਹਾਰਮੋਨਸ ਰਿਲੀਜ਼ ਹੁੰਦੇ ਨੇ, ਇਹ ਸਾਡੇ ਪੇਟ ਵਿੱਚੋਂ ਹੀ ਨਿਕਲਦੇ ਨੇ। ਔਰ ਅਗਰ ਕਿਸੇ ਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਜਾਵੇ, ਦਿਮਾਗੀ ਬਿਮਾਰੀ, ਐਂਗਜ਼ਾਇਟੀ ਹੋ ਜਾਵੇ, ਸਟ੍ਰੈਸ ਹੋ ਜਾਵੇ, ਤਾਂ ਡਾਕਟਰ ਜਿਹੜੀਆਂ ਉਹਨੂੰ ਦਵਾਈਆਂ ਦਿੰਦੇ ਨੇ ਨਾ, ਉਹ ਪੇਟ ਦੇ ਉੱਤੇ ਕੰਮ ਕਰਦੀਆਂ ਨੇ, ਕਿਉਂਕਿ 90% ਤਾਂ ਸਾਡੇ ਪੇਟ ਵਿੱਚ ਹੀ ਹੈ ਸਾਰਾ ਸਿਸਟਮ ਜਿਹੜਾ ਹੈ। ਹੈਪੀਨੈਸ ਦਾ ਜਿਹੜਾ ਕਨੈਕਸ਼ਨ ਹੈ ਸਾਡੇ ਪੇਟ ਦੇ ਨਾਲ ਹੈ। ਸੋ ਆਪਣਾ ਪੇਟ ਦਾ ਵੀ ਧਿਆਨ ਰੱਖਣਾ, ਅੱਛਾ ਹੈਲਦੀ ਫੂਡ ਇਹਨੂੰ ਦੇਣਾ। ਸੋ ਆਪਣੀਆਂ ਗਟ ਫੀਲਿੰਗਸ ਦੇ ਉੱਤੇ ਅਸੀਂ ਹੁਣ ਸਾਰੇ ਜਾਣੇ ਕੰਮ ਕਰਾਂਗੇ। ਜੋ ਵੀ ਫੀਲਿੰਗਸ ਆਉਂਦੀਆਂ ਨੇ ਉਹਨੂੰ ਨੋਟ ਕਰੀਏ, ਉਹਦੇ ਤੇ ਫੋਕਸ ਕਰੀਏ, ਤਾਂ ਕਿ ਅਸੀਂ ਵਧੀਆ ਡਿਸੀਜ਼ਨ ਲੈ ਪਾਈਏ। ਅੱਜ ਦੀਆਂ ਤਾਂ ਰਿਸਰਚਸ ਕਹਿ ਰਹੀਆਂ ਨੇ ਕਿ ਬਿਜ਼ਨਸ ਵਾਲੇ ਵੀ ਜਿਹੜੇ ਨੇ ਆਪਣੇ EMPLOYEES ਉਹ ਜਿਹੇ ਲੱਭ ਰਹੇ ਨੇ ਜਿਨ੍ਹਾਂ ਦੀਆਂ ਗਟ ਫੀਲਿੰਗਸ ਹੋਣ, ਕਿਉਂਕਿ ਬਿਜ਼ਨਸ ਵਿੱਚ ਬਹੁਤ ਹੈਲਪ ਹੁੰਦੀ, ਜ਼ਿੰਦਗੀ ਦੇ ਹਰ ਡਿਸੀਜ਼ਨ ਵਿੱਚ ਬਹੁਤ ਹੈਲਪ ਹੁੰਦੀ ਹੈ। ਉਹਦੇ ਲਈ ਗਟ ਫੀਲਿੰਗਸ ਜਿਹੜੀਆਂ ਨੇ ਇੰਨਾ ਸਾਡੇ ਉੱਤੇ ਕੰਮ ਕਰਦੀਆਂ ਨੇ। ਸੋ ਸੰਗਤ ਜੀ, ਤੋ ਮੈਡੀਟੇਸ਼ਨ ਬਹੁਤ ਵੱਡਾ ਰੋਲ ਜਿਹੜਾ ਇਹਦੇ ਵਿੱਚ ਅਦਾ ਕਰਦੀ ਹੈ। ਸੋ ਵੱਧ ਤੋਂ ਵੱਧ ਬੰਦਗੀ ਕੀਤੀ ਜਾਵੇ, ਸਾਵਧਾਨ ਇਕਾਗਰਚਿਤ ਹੋ ਕੇ, ਜਿਹੜਾ ਸਾਨੂੰ ਗੁਰਬਾਣੀ ਵਿੱਚ ਸਿਖਾਇਆ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰਚਿਤ। ਜਿੰਨੀ ਇਕਾਗਰਤਾ ਬਣੇਗੀ ਉਨਾ ਹੀ ਸਾਡਾ ਜਿਹੜਾ ਅੰਦਰਲਾ ਸਿਸਟਮ ਆ, ਸਾਡੀਆਂ ਗਟ ਫੀਲਿੰਗਸ ਨੇ, ਸੈਕੰਡ ਬ੍ਰੇਨ ਜਿਹੜਾ ਹੈ, ਉਹਨੂੰ ਅਸੀਂ ਬੜੀ ਧਿਆਨ ਦੇ ਨਾਲ ਉਹਨੂੰ ਅਸੀਂ ਸੁਣ ਪਾਵਾਂਗੇ, ਉਸ ਮੈਸੇਜ ਨੂੰ ਲੈ ਪਾਵਾਂਗੇ, ਤਾਂ ਕਿ ਅਸੀਂ ਜ਼ਿੰਦਗੀ ਦੇ ਡਿਸੀਜ਼ਨ ਵਧੀਆ ਲੈ ਪਾਈਏ। ਇਹ ਇੱਥੋਂ ਤੱਕ ਵੀ ਫਿਰ ਡਿਵੈਲਪ ਜਦੋਂ ਹੋ ਜਾਂਦੀ, ਫਿਰ ਹੋਣ ਵਾਲੀਆਂ ਸਾਰੀਆਂ ਹੀ ਘਟਨਾਵਾਂ ਤੁਹਾਨੂੰ ਪਤਾ ਚੱਲਣ ਲੱਗ ਜਾਂਦੀਆਂ, ਅੱਛੀਆਂ ਜਾਂ ਮਾੜੀਆਂ, ਜੋ ਵੀ ਹੋਣੀਆਂ ਹੋ। ਇਹ ਮਤਲਬ ਸਿਰਫ ਸਾਡੇ ਅੰਦਰਲੇ ਸਿਸਟਮ 'ਚ ਸਾਰਾ ਕੁਝ ਪਿਆ ਹੈ ਸੰਗਤ ਜੀ। ਤੋਂ ਵੱਧ ਮੈਡੀਟੇਸ਼ਨ ਕੀਤੀ ਜਾਵੇ, ਆਪਣੇ ਵਿਚਾਰਾਂ ਨੂੰ ਵੀ ਸ਼ੁੱਧ ਰੱਖਿਆ ਜਾਵੇ, ਔਰ ਖਾਣਾ ਵੀ ਜਿਹੜਾ ਉਹ ਸ਼ੁੱਧ ਅੱਛਾ ਖਾਧਾ ਜਾਵੇ, ਹੈਲਦੀ ਫੂਡ ਖਾਧਾ ਜਾਵੇ, ਤਾਂ ਕਿ ਸਾਡਾ ਬਾਡੀ ਐਂਡ ਮਾਈਂਡ ਦੋਨੋਂ ਮਿਲ ਕੇ ਵਧੀਆ ਵਧੀਆ ਕੰਮ ਆਪਸ ਵਿੱਚ ਕਰਦੇ ਰਹਿਣ। ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਬਖਸ਼ ਦੇਣਾ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਅਸੀਸਾਂ ਦੇ ਸਦਕਾ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ। ਸੋ ਕੋਟਾਨ ਕੋਟਾਨ ਸ਼ੁਕਰਾਨਾ ਆਪ ਸਭ ਜੀ ਦਾ। ਗੁਰੂ ਮਹਾਰਾਜ ਦਾ ਸ਼ੁਕਰਾਨਾ ਤਾਂ ਹੈ ਹੀ ਹੈ। ਅੰਮ੍ਰਿਤ ਵੇਲੇ ਵਿੱਚ ਵੀ ਰੋਜ਼ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਮਹਾਰਾਜ ਜੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਦੀਆਂ ਅਸੀਸਾਂ ਲੈਣ ਲਈ ਸੰਗਤੀ ਰੂਪ ਵਿੱਚ ਅਸੀਂ ਬੈਠੀਦਾ ਹੈ। ਸਾਰੀਆਂ ਸੰਗਤਾਂ ਨੂੰ ਆਪਣੀਆਂ ਅਸੀਸਾਂ ਦਿਓ। ਸੋ ਗੁਰੂ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਅਸੀਸਾਂ ਦੇ ਰਹੇ ਨੇ, ਅੰਮ੍ਰਿਤ ਵੇਲੇ ਵੀ ਹੁਣ ਵੀ ਦੇ ਰਹੇ ਨੇ। ਸਤਿਗੁਰਾਂ ਦਾ ਕੋਟਾਨ ਕੋਟਾਨ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।